ਹੈਲੋ ਸਟੂਡੈਂਟ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ। ਉਮੀਦ ਕਰਦੇ ਨੇ ਬਿਲਕੁਲ ਸਹੀ ਹੋਣੇ ਆ। ਤੇ ਮੈਂ ਆਸ਼ੀਸ਼ ਅੱਜ ਇੱਕ ਵਾਰੀ ਤੁਹਾਡਾ ਫਿਰ ਤੋਂ ਗਿਆਨਮ ਦੇ ਡਿਜੀਟਲ ਪਲੇਟਫਾਰਮ 'ਚ ਸਵਾਗਤ ਕਰਦਾ। ਜਿੱਦਾਂ ਕਿ ਬੱਚਿਆਂ ਸਾਨੂੰ ਕਿਹਾ ਸੀਗਾ ਕਿ ਆਈਟੀ ਐਕਟ ਤੇ ਕੁਐਸਚਨ ਲੈ ਕੇ ਆਈਏ ਸਰ, ਉਹ ਆਪਾਂ ਤੁਹਾਡੇ ਲਈ ਆਈਟੀ ਐਕਟ ਸਾਈਬਰ ਕ੍ਰਾਈਮ ਤੇ ਕੁਐਸਚਨ ਜਿਹੜੇ ਨੇ ਲੈ ਕੇ ਆਏ ਨੇ। ਤੇ ਸਭ ਤੋਂ ਪਹਿਲੇ ਤੁਹਾਨੂੰ ਇਹ ਸਮਝਣਾ ਪਏਗਾ ਗਾਈਜ਼ ਕਿ ਆਈਟੀ ਐਕਟ ਦੀ ਲੋੜ ਸਾਨੂੰ ਕਿਉਂ ਹੈਗੀ ਹੈ। ਕਿਉਂਕਿ ਇੱਕ ਗੱਲ ਤੁਸੀਂ ਬੜੇ ਧਿਆਨ ਨਾਲ ਸੁਣੋ ਕਿ ਅੱਜ ਦੀ ਲਾਈਫ ਜਿਹੜੀ ਹੈਗੀ ਹੈ ਸਾਡੀ ਡਿਪੈਂਡੈਂਸੀ ਹੈਗੀ ਹੈ ਇੰਟਰਨੈਟ ਤੇ। ਤੇ ਜੇਕਰ ਆਪਾਂ ਇੰਟਰਨੈਟ ਤੇ ਡਿਪੈਂਡ ਕਰਦੇ ਨੇ ਤਾਂ ਸਾਡੇ ਆਪਾਂ ਇੱਕ ਗੱਲ ਵੀ ਦੇਖਦੇ ਨੇ ਉੱਥੇ ਸਾਡੇ ਤੇ ਫਰੋਡ ਵੀ ਬਹੁਤ ਜ਼ਿਆਦਾ ਹੋ ਰਹੇ ਨੇ। ਤਾਂ ਉਹਨਾਂ ਨੂੰ ਰੋਕਣ ਲਈ ਆਪਾਂ ਕੀ ਹੈਗਾ ਆਈਟੀ ਐਕਟ ਦਾ ਸਹਾਰਾ ਲੈਂਦੇ ਨੇ। ਤਾਂ ਉਹੀ ਸਾਨੂੰ ਉਰੇ ਪਤਾ ਹੋਣਾ ਚਾਹੀਦਾ। ਤਾਂ ਬਾਈ ਗਾਈਜ਼ ਤੁਹਾਨੂੰ ਇਹੀ ਦੱਸਣਾ ਹੈਗਾ ਕਿ ਆਈਟੀ ਐਕਟ 'ਚ ਆਪਾਂ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਰੋਕ ਸਕਦੇ ਹਾਂ ਤੇ ਉਹਨਾਂ ਦੇ ਰੋਕਣ ਦੇ ਕੀ ਪ੍ਰੀਵੈਂਸ਼ਨ ਮੈਥਡ ਨੇ, ਉਹਨਾਂ ਨੂੰ ਆਪਾਂ ਡੀਲ ਕਿੱਦਾਂ ਕਰਦੇ ਨੇ, ਉਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਉਰੇ ਡਿਸਕਸ ਕਰਨੀਆਂ ਨੇ। ਆ ਲਓ ਜੀ। ਤੇ ਐਗਜ਼ਾਮੀਨਰ ਜਿਹੜਾ ਤੁਹਾਨੂੰ ਕੁਐਸਚਨ ਦੇਗਾ ਉਹ ਕਿਸ ਫਾਰਮੈਟ ਨਾਲ ਦੇਗਾ, ਕਿਉਂਕਿ ਇਹ ਜਿਹੜੇ ਕੁਐਸਚਨ ਹੈਗੇ ਨੇ ਤੁਹਾਡੀ ਡੇ ਟੂ ਡੇ ਲਾਈਫ ਯੂਜ਼ ਕਰਦੇ ਹੋ। ਕਿਉਂਕਿ ਅੱਜ ਦੀ ਸਾਡੀ ਲਾਈਫ ਦੀ ਡਿਪੈਂਡੈਂਸੀ ਜਿਹੜੀ ਹੈਗੀ ਹੈ ਇੰਟਰਨੈਟ ਤੇ ਹੈਗੀ ਹੈ ਤੇ ਕਿਤੇ ਨਾ ਕਿਤੇ ਸਾਡੇ ਕੋਲ ਫਰੋਡ ਹੋਣ ਦੇ ਵੀ ਪੂਰੇ ਚਾਂਸਸ ਹੈਗੇ ਨੇ। ਤਾਂ ਉਹੀ ਐਗਜ਼ਾਮੀਨਰ ਸਾਡੇ ਕੋਲ ਕੁਐਸਚਨ ਦਿੰਦਾ, ਉਹਨਾਂ ਬਾਰੇ ਹੀ ਇੱਕ ਇੱਕ ਕਰਕੇ ਆਪਾਂ ਡਿਸਕਸ ਕਰਨਾ ਹੈਗਾ। ਚਲੋ ਜੀ ਆਪਾਂ ਸਟਾਰਟ ਕਰੀਏ। ਸਭ ਤੋਂ ਪਹਿਲਾ ਕੁਐਸਚਨ, ਜੇਕਰ ਆਪਾਂ ਗੱਲ ਕਰੀਏ which of the following is not a type of cyber crime, ਤਾਂ ਇਸ ਗੱਲ ਦਾ ਮਤਲਬ ਹੈਗਾ ਕਿ ਐਗਜ਼ਾਮੀਨਰ ਤੁਹਾਡੇ ਤੋਂ ਇੱਕ ਹੀ ਕੁਐਸਚਨ 'ਚ ਤੁਹਾਡਾ ਪੂਰਾ ਨੌਲੇਜ ਚੈੱਕ ਕਰ ਰਿਹਾ ਕਿ ਇਹਨਾਂ ਵਿੱਚ ਕਿਹੜਾ ਸਾਈਬਰ ਕ੍ਰਾਈਮ ਨਹੀਂ ਹੈਗਾ। ਮਤਲਬ ਬਾਕੀ ਤਾਂ ਹੋਣਗੇ। ਇਸ ਗੱਲ ਦਾ ਮਤਲਬ ਹੋਇਆ ਬਾਕੀ ਸਾਰੇ ਦੇ ਸਾਰੇ ਕੀ ਨੇ ਸਾਈਬਰ ਕ੍ਰਾਈਮ ਹੋਣਗੇ। ਤਾਂ ਹੁਣ ਦੇਖੋ ਗਾਈਜ਼, which of the following is not a type of cyber crime, ਤਾਂ ਡੇਟਾ ਥੈਫਟ ਬਿਲਕੁਲ ਜੀ ਸਾਈਬਰ ਕ੍ਰਾਈਮ ਹੈਗਾ। ਫਰੋਜਰੀ ਮਤਲਬ ਧੋਖਾਧੜੀ ਕਰਨਾ, ਉਹ ਵੀ ਸਾਈਬਰ ਕ੍ਰਾਈਮ 'ਚ ਆਉਂਦਾ ਹੈਗਾ। ਡੈਮੇਜ ਟੂ ਡੇਟਾ ਐਂਡ ਸਿਸਟਮ, ਇੰਟੈਂਸ਼ਨਲੀ ਤੁਸੀਂ ਕਿਸੇ ਬੰਦੇ ਦੇ ਡੇਟਾ ਨੂੰ ਡੈਮੇਜ ਕਰਦੇ ਹੋ ਤੇ ਹਾਰਮ ਕਰਦੇ ਹੋ, ਉਹ ਵੀ ਤੁਹਾਡੇ ਕੋਲ ਕੀ ਹੈਗਾ ਇੱਕ ਸਾਈਬਰ ਕ੍ਰਾਈਮ 'ਚ ਰੱਖਿਆ ਜਾਂਦਾ। ਇੰਸਟਾਲਿੰਗ ਐਂਟੀਵਾਇਰਸ ਫॉर ਪ੍ਰੋਟੈਕਸ਼ਨ, ਤਾਂ ਆ ਜਿਹੜਾ ਹੈਗਾ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਆਪਾਂ ਯੂਜ਼ ਕਰਦੇ ਨੇ। ਤਾਂ ਇਸ ਕਰਕੇ ਤੁਹਾਡਾ ਆਨਸਰ ਕੀ ਬਣੇਗਾ? ਡੀ ਆਪਸ਼ਨ, ਕਿਉਂਕਿ ਤੁਹਾਡੇ ਕੋਲ ਇਹੀ ਸੀਗਾ ਇਹਨਾਂ ਵਿੱਚ ਕਿਹੜਾ ਤੁਹਾਡੇ ਕੋਲ ਸਾਈਬਰ ਕ੍ਰਾਈਮ ਨਹੀਂ ਹੈਗਾ, ਨੋਟ ਟਾਈਪ ਆਫ ਸਾਈਬਰ ਕ੍ਰਾਈਮ। ਤਾਂ ਆਨਸਰ ਕੀ ਬਣਿਆ? ਡੀ ਆਪਸ਼ਨ। ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਗੱਲ ਕਲੀਅਰ ਹੈ, ਕਿਉਂਕਿ ਇੱਕ ਕੁਐਸਚਨ ਤੇ ਤੁਹਾਡੀ ਮਲਟੀਪਲ ਚੀਜ਼ਾਂ ਨੂੰ ਕਵਰ ਕੀਤਾ ਜਾ ਰਿਹਾ ਹੈਗਾ। ਨੈਕਸਟ ਕੁਐਸਚਨ ਦੀ ਗੱਲ ਕਰੀਏ, which of the following is not done by cyber criminal, ਤਾਂ ਇਹਨਾਂ ਵਿੱਚ ਕਿਹੜਾ ਕੰਮ ਸਾਈਬਰ ਕ੍ਰਿਮੀਨਲ ਦੇ ਦੁਆਰਾ ਨਹੀਂ ਕੀਤਾ ਜਾਂਦਾ। ਤਾਂ ਆ ਦੇਖੋ ਅਨਆਥੋਰਾਈਜ਼ਡ ਐਕਸੈਸ, ਅਕਾਊਂਟ ਐਕਸੈਸ। ਤਾਂ ਬਿਲਕੁਲ ਬੱਚੇ ਅਨਆਥੋਰਾਈਜ਼ਡ ਐਕਸੈਸ ਜਿਹੜਾ ਹੈਗਾ ਬਿਨਾਂ ਪੁੱਛੇ ਤੁਸੀਂ ਮੇਰੇ ਸਿਸਟਮ ਤੇ ਘੁਸਦੇ ਹੋ ਤਾਂ ਉਹ ਕੀ ਹੈਗਾ? ਸਾਈਬਰ ਕ੍ਰਾਈਮ ਹੈਗਾ। ਇਹ ਤਾਂ ਨਹੀਂ ਹੋਏਗਾ ਆਨਸਰ। ਮਾਸ ਅਟੈਕ ਯੂਜ਼ਿੰਗ ਟ੍ਰੋਜਨ ਹੋਰਸ ਐਜ਼ ਬੋਟਨੈਟ, ਤਾਂ ਬਿਲਕੁਲ ਜੇ ਮੈਂ ਮੈਕਸਿਮਮ ਲੋਕਾਂ ਤੇ ਮਾਸ ਪੀਪਲ ਨੂੰ ਅਟੈਕ ਕਰਦਾ ਤਾਂ ਉਹ ਤਾਂ ਵਾਇਰਸ ਹੀ ਹੈਗਾ, ਉਹ ਕੀ ਹੈਗਾ? ਸਾਈਬਰ ਕ੍ਰਾਈਮ ਹੀ ਹੈਗਾ। ਤਾਂ ਇਹ ਵੀ ਤੁਹਾਡਾ ਆਨਸਰ ਨਹੀਂ ਹੋਏਗਾ। ਈਮੇਲ ਸਪੂਫਿੰਗ ਐਂਡ ਸਪੈਮਿੰਗ, ਇਹ ਜਿਹੜਾ ਹੈਗਾ ਵਾਇਰਸ ਦੇ ਟਾਈਪ ਨੇ ਜਿੱਥੇ ਆਪਾਂ ਵਾਇਰਸ ਇੰਟੈਂਸ਼ਨਲੀ ਕਿਸੇ ਨੂੰ ਸੈਂਡ ਕਰਦੇ ਨੇ, ਇਹ ਵੀ ਤੁਹਾਡੇ ਕੋਲ ਜਿਹੜਾ ਹੈਗਾ ਕੰਮ ਨਹੀਂ ਕੀਤਾ ਜਾਏਗਾ ਸਿਵਲ ਕ੍ਰਿਮੀਨਲ ਨਾਲ, ਕਿਉਂਕਿ ਇਹ ਤਾਂ ਆਲਰੇਡੀ ਉਹਨਾਂ ਨੂੰ ਸੈਂਡ ਕਰ ਰਿਹਾ। ਤਾਂ ਤੁਹਾਡੇ ਤੋਂ ਕੁਐਸਚਨ ਸੀਗਾ ਨੋਟ ਅ ਸਾਈਬਰ ਕ੍ਰਾਈਮ, ਇਹ ਤਾਂ ਆਲਰੇਡੀ ਸਾਰੇ ਤਿੰਨੋਂ ਸਾਈਬਰ ਕ੍ਰਾਈਮ ਨੇ। ਰਿਪੋਰਟ ਵਰਨੇਬਿਲਿਟੀ ਇਨ ਐਨੀ ਸਿਸਟਮ, ਰਿਪੋਰਟ ਕਰਤੀ ਆਪਾਂ ਕਿਸੇ ਗਲਤ ਕੰਮ ਦੀ, ਆ ਜਿਹੜਾ ਕੰਮ ਹੈਗਾ ਸਾਈਬਰ ਕ੍ਰਿਮੀਨਲ ਕਦੀ ਨਹੀਂ ਕਰਦਾ, ਉਹ ਰਿਪੋਰਟ ਨਹੀਂ ਕਰਦਾ, ਉਹ ਤਾਂ ਆਪਣੇ ਆਪ ਚੋਰੀ ਕਰਦਾ। ਤਾਂ ਜੇਕਰ ਤੁਸੀਂ ਕਿਸੇ ਗਲਤ ਕੰਮ ਦੀ ਰਿਪੋਰਟ ਕਰਦੇ ਹੋ ਉਹ ਤੁਹਾਡੇ ਕੋਲ ਸਾਈਬਰ ਕ੍ਰਾਈਮ ਨਹੀਂ ਹੁੰਦਾ, ਉਹ ਤਾਂ ਉਹਨੂੰ ਰੋਕਣ ਦਾ ਤਰੀਕਾ ਹੁੰਦਾ, ਪ੍ਰੀਵੈਂਸ਼ਨ ਮੈਥਡ ਹੁੰਦਾ। ਹੋਪਫੁਲੀ ਤੁਹਾਨੂੰ ਇਹ ਵੀ ਗੱਲ ਕਲੀਅਰ ਹੋਣੀ ਹੈ। ਨੈਕਸਟ ਕੁਐਸਚਨ ਦੇਖੋ ਜੀ, in which year India's IT Act came into existence, ਕਿ ਸਾਡੇ ਕੋਲ ਸਭ ਤੋਂ ਪਹਿਲਾਂ ਜ਼ਰੂਰਤ IT ਐਕਟ ਦੀ ਕਦ ਪਈ ਤੇ ਕਦ ਸਾਡੇ ਕੋਲ ਬਣਿਆ। ਜੇਕਰ ਮੈਂ ਗੱਲ ਕਰਾਂ ਤਾਂ 1996, 97 ਜਾਂ 98 ਦੀ ਆਪਾਂ ਗੱਲ ਕਰੀਏ ਤਾਂ ਮੈਜੋਰਿਟੀ ਆਫ ਪੀਪਲ ਨੇ ਮੋਬਾਈਲ ਫੋਨ ਦਾ ਯੂਜ਼ ਕਰਨਾ ਸਟਾਰਟ ਕਰ ਲਿਆ। ਤਾਂ ਉਸ ਵੇਲੇ ਕੀ ਹੁੰਦਾ ਸੀਗਾ, ਸਾਰੇ ਲੋਕਾਂ ਨੂੰ ਇਤਨੀ ਅਵੇਅਰਨੈਸ ਨਹੀਂ ਸੀਗੀ। ਤਾਂ ਉਸ ਵੇਲੇ ਕੀ ਹੋਇਆ ਕਿ ਫਰੋਡ ਹੋਣਾ ਸਟਾਰਟ ਹੋਏ। ਤਾਂ ਜਦ ਫਰੋਡ ਹੋਏ ਤਾਂ ਇੰਡੀਅਨ ਗਵਰਨਮੈਂਟ ਵੀ ਥੋੜੀ ਐਕਟਿਵ ਹੋਈ ਕਿ ਯਾਰ ਆ ਕੀ ਹੋ ਰਿਹਾ। ਤਾਂ ਉਹਦੇ ਨਾਲ ਹੀ ਜਿੱਦਾਂ ਮੈਕਸਿਮਮ ਲੋਕ ਜੁੜਨੇ ਲੱਗੇ, ਫਰੋਡ बढ़ने ਲੱਗੇ।
ਤਾਂ ਜਿੱਦਾਂ ਜਿਹੜੇ ਫਰੋਡ ਵੱਧ ਗਏ ਤਾਂ ਗਵਰਨਮੈਂਟ ਨੇ ਸੋਚਿਆ ਯਾਰ ਕਿ ਇਹ ਤਾਂ ਗੱਲ ਗਲਤ ਹੋ ਰਹੀ ਹੈ, ਇਹਨੂੰ ਰੋਕਣ ਦਾ ਵੀ ਕੁਛ ਨਾ ਕੁਛ ਪ੍ਰਾਵਧਾਨ ਕੀਤਾ ਜਾਏ। ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਆਈਟੀ ਐਕਟ ਐਗਜ਼ਿਸਟੈਂਸ ਆਇਆ ਉਹ ਕਦ ਆਇਆ ਸੀਗਾ? ਉਹ ਆਇਆ ਸੀਗਾ ਸਨ 2000 ਵਿੱਚ। ਉਹ ਕਦ ਤੁਹਾਡੇ ਕੋਲ ਆਇਆ ਸੀਗਾ? ਸਨ 2000 ਵਿੱਚ ਸਾਡੇ ਕੋਲ ਆਈਟੀ ਐਕਟ ਜਿਹੜਾ ਸੀਗਾ ਐਗਜ਼ਿਸਟੈਂਸ ਆਇਆ ਸੀਗਾ ਸਾਡੇ ਕੋਲ। ठीक है, होपफुली तुहानू सारिਆਂ ਨੂੰ ਇਹ ਗੱਲ क्लीयर है, बाकी ईयर च नहीं आया सीगा। याद रखियो गाइज, सब तो पहले साडे कोल सन 2000 ਵਿੱਚ आईटी एक्ट ਆਪਾਂ लागू ਕੀਤਾ ਸੀਗਾ, ਜਿਹਦੇ ਨਾਲ ਜਿਹੜੇ वेरियस फ्रॉड ਸੀਗੇ ਉਹਨਾਂ ਤੋਂ ਆਪਾਂ ਬਚ ਸਕੀਏ। ठीक है, नैक्सट क्वेश्चन की गल करते हैं, what is the full form of ITA 2000? जेकर आप गल करिए कि ITA 2000 की सीगा दी फुल फॉर्म की सीगी, तो इंफॉर्मेशन टेक एक्ट, टेक नहीं है टेक्नोलॉजी होएगा कैंसल, इंडियन टेक्नोलॉजी एक्ट गलत, इंटरनेशनल पहले गल आप गल ही आईटी इंडिया की कर रहे हैं। तो इंफॉर्मेशन टेक्नोलॉजी एक्ट 2000 हुण गल याद रखियो गाइज कि इंफॉर्मेशन वर्ड क्यों आया, क्योंकि आप डेटा नू चुरा रहे हैं, इंफॉर्मेशन नू आप स्टील कर रहे हैं। इंफॉर्मेशन टेक्नोलॉजी एक्ट 2000 जिहड़ा हैगा इहदा आंसर बनेगा। इंफॉर्मेशन टेक्नोलॉजी एक्ट 2000 जिहड़ा हैगा इहदा आंसर बनेगा। होपफुली सारे नू गल क्लीयर होएगी। तो इहो दे भी क्वेश्चन फुल फॉर्म भी तुहाडे कोल एग्जाम च पूछ लैंदा हैगा, कई बारी तुसीं याद रखनी। नैक्सट क्वेश्चन की गल करते हैं, what is the updated version of the IT Act 2000? कि IT एक्ट का अपडेट आपां कद किता? तो जे आपां गल करिए 2000 दे, अज आपां 2020 च खड़े हाँ, 2021 च खड़े हाँ, 20 तो भी आपां क्रॉस कर गए। कहने का मतलब 20 साल आपां क्रॉस करके 2021 च पहुंच गए। तो ओबवियस है कोई ना कोई बिच टाइम इहो जिहा आया होएगा ना कि जिथे सानूं इहनूं अपडेट करन दी लोड़ पई होएगी। तो इन्हां 20 सालों में भी साडे कोल कई चीज़ां अपडेट होईयां, उस तो पहले भी अपडेट होईयां। तो उन्होंने रोकण वास्ते आपां किस चीज़ का यूजेज किया वो सानू देखना पेगा। तो सब तो पहले देखो आईटी एक्ट 2007, एडवांस आईटी एक्ट 2007, इहदा जिहड़ा तुहाडे कोल आईटी की अपडेशन हुई सी आईटी एक्ट 2008 विच। आपां सब तो पहला जिहड़ी आईटी एक्ट की अपडेशन की सी 2000 तो बाद सीधा 2008 विच, क्योंकि 8 सालों में साडे कोल काफ़ी ज़्यादा इंटरनेट की दुनिया ते चेंजिस आ चुके सीगे, तो उन्होंने साडे कोल बचना भी सीगा। तो आईटी एक्ट 2008 विच आपां उत्थे अपडेट अपने आप नूं कीता सीगा। होपफुली तुहानूं ये गल एज एन एग्जामिनर पॉइंट ऑफ व्यू ते क्लीयर होएगी, क्योंकि साडा काम हैगा पेपर नूं क्रैक करना। आगे देखो जी, इन विच ईयर द इंडियन आईटी एक्ट 2000 गोड अपडेटेड। ये वही क्वेश्चन सीगा जिहड़ा आपां पिछे पढ़िया, पर इस तरीके नाल भी दे दिंदा, इस करके मैं तुहाडे ये क्वेश्चन स्लाइड च पाया सीगा। तो वह हैगा 2008, ताकि तुहानूं ये पता चल पाए। ठीक है, नेक्स्ट क्वेश्चन देखो, व्हाट इज द पनिशमेंट ऑफ हैकिंग ऑफ अ कंप्यूटर? तुहाडे कोल पनिशमेंट मतलब सजा की हैगी है किसी बंदे का कंप्यूटर जेकर तुसी हैक करदे हो। तो सब तो पहले जिहड़ी उत्थे ऑप्शन हैगी है 3 ईयर ऑफ इंप्रिजनमेंट एंड 10 लाख रुपीज फाइन या बोथ। मतलब कि 3 साल की जेल, 10 लाख रुपया फाइन या दोनों गलत। लाइफ टाइम भी इंप्रिजनमेंट पूरी जिंदगी लई, जेल गलत। सी ऑप्शन 3 साल ईयर ऑफ इंप्रिजनमेंट ते 5 लाख रुपया फाइन या पेनल्टी बोथ। बिल्कुल जी, ये दोनों ही प्रावधान हैगे ने साडे आईटी एक्ट विच। जेकर कोई बंदा पकड़िया जाता है कि उन्हें दूजे बंदे का सिस्टम की हैगा हैक किया हैगा, ते 3 साल की सजा ते 5 लाख रुपया फाइन या दोनों ही उन्होंने हो सकते ने। होपफुली ये गल तुहानूं क्लीयर हुई होएगी। नैक्सट क्वेश्चन की गल करते हैं, विच सैक्शन ऑफ आईटी एक्ट डील विद साइबर टैररिज्म? जेकर आप गल करिए साइबर टैररिज्म की, तो पहले साइबर टैररिज्म वर्ड का तुहानूं मीनिंग पता होना चाहिए। जेकर मैं एक एग्जाम्पल नाल तुहानूं समझाऊं कि तुसीं अक्सर न्यूज़पेपर च पढ़दे हो कि जम्मू कश्मीर विच साडे कोल इंटरनेट नूं स्टॉप किया गया टैंपरेरी टाइम वास्ते। तो इसदा मतलब की हैगा कि इंटरनेट ते कई बारी इहो जिहियां एक्टिविटीज़ होंदियां ने, इहो दे मैसेजेस आउंदे ने, इहो दे वीडियोज़ वायरल हो जांदियां ने, जिन्हां नूं देख के लोकी की हुंदे ने भड़क जांदे ने ते किसी नूं मार भी दिंदे ने, प्रॉपर्टी का भी नुकसान कर दिंदे ने, हर चीज़ का नुकसान कर दिंदे ने। तो वो जिहड़ा हैगा उस चीज़ नूं रोकण लई साडे कोल किहड़ा आईटी एक्ट जिहड़ा हैगा तुहानूं सपोर्ट करदा, वो तुहानूं पता होना चाहिए।
ਤਾਂ ਇਹਦੇ ਜਿਹੜਾ ਹੈਗਾ 66F ਸੈਕਸ਼ਨ 66F ਜਿਹੜਾ ਹੈਗਾ ਡੀਲ ਕਰਦਾ। ਯਾਦ ਰੱਖਣਾ ਸੈਕਸ਼ਨ 66F ਜਿਹੜਾ ਹੈਗਾ ਡੀਲ ਕਰਦਾ। ਤਾਂ ਕੁਝ ਇੱਕ ਮੋਟੇ ਹੀ ਚੀਜ਼ਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ, ਕਿਉਂਕਿ ਇਹਦਾ ਸਾਰੀਆਂ ਚੀਜ਼ਾਂ ਪੜੋਗੇ ਤਾਂ ਤੁਹਾਡਾ ਕੰਮ ਨਹੀਂ ਹੋਏਗਾ, ਕਿਉਂਕਿ ਇੰਪੋਰਟੈਂਟ ਕੀ ਹੈਗਾ ਆਪਾਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੇ ਇਹਨਾਂ ਚੀਜ਼ਾਂ ਨੂੰ ਦੇਖਣਾ। ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਗੱਲ ਕਲੀਅਰ ਹੈ ਜੀ। ਨੈਕਸਟ ਕੁਐਸਚਨ ਨੰਬਰ 9 ਦੀ ਆਪਾਂ ਗੱਲ ਕਰਦੇ ਨੇ ਕੀ ਹੈਗਾ, which are the section of IT Act applicable for cyber pornography। no doubt ਅੱਜ ਦੀ ਡੇਟ ਵਿੱਚ ਜੇਕਰ ਇੰਟਰਨੈਟ ਦੀ ਆਪਾਂ ਗੱਲ ਕਰੀਏ ਤਾਂ ਕੁਝ ਇੱਕ ਲੋਕੀ ਇਹਦਾ ਸਹੀ ਤਰੀਕੇ ਨਾਲ ਯੂਜ਼ ਕਰ ਰਹੇ ਨੇ, ਕੁਝ ਇੱਕ ਲੋਕੀ ਗਲਤ ਤਰੀਕੇ ਨਾਲ ਵੀ ਯੂਜ਼ ਕਰ ਰਹੇ ਨੇ, ਜਿੱਦਾਂ ਕਿ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਜਾਂ ਹਰ ਕਿਸੇ ਏਜ ਗਰੁੱਪ ਨੂੰ ਮਿਸਗਾਈਡ ਕੀਤਾ ਜਾਂਦਾ ਪੋਰਨੋਗ੍ਰਾਫੀ ਨਾਲ। ਠੀਕ ਹੈ, ਤਾਂ ਇਸ ਚੀਜ਼ ਨੂੰ ਡੀਲ ਕਰਨ ਲਈ ਤੁਹਾਡੇ ਕੋਲ ਕਿਹੜਾ IT ਐਕਟ ਜਿਹੜਾ ਹੈਗਾ, ਕਿਹੜੇ ਸੈਕਸ਼ਨ ਹੈਗੇ ਨੇ, ਉਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਇਹ ਕੁਐਸਚਨ ਐਗਜ਼ਾਮੀਨਰ ਕਿਉਂ ਦਿੰਦਾ ਹੈਗਾ ਤੁਹਾਡੇ ਪੇਪਰਾਂ 'ਚ, ਕਿਉਂਕਿ ਡੇ ਟੂ ਡੇ ਲਾਈਫ ਵਿੱਚ ਆਪਾਂ ਇਹਨਾਂ ਚੀਜ਼ਾਂ ਦਾ ਯੂਜ਼ ਕਰ ਰਹੇ ਨੇ, ਤਾਂ ਕਿਤੇ ਨਾ ਕਿਤੇ ਆਪਾਂ, ਮੈਂ ਗੱਲ ਕਰੂੰ, ਇਹ ਸਾਡੇ ਰੂਟੀਨ ਲਾਈਫ ਦਾ ਹਿੱਸਾ ਹੈਗੇ ਨੇ, ਆਪਾਂ ਕਿੱਦਾਂ ਇਹਨਾਂ ਚੀਜ਼ਾਂ ਤੇ ਬਚ ਸਕਦੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਕਿਹੜੀ ਸੈਕਸ਼ਨ ਜਿਹੜੀ ਹੈਗੀ ਡੀਲਿੰਗ ਕਰਦੀ ਹੈ, ਸੈਕਸ਼ਨ 66A 66 ਤੇ ਸੈਕਸ਼ਨ 66B, 67 67A 67B 67 67C 67D। ਜੇਕਰ ਆਪਾਂ ਗੱਲ ਕਰੀਏ 9ਵੇਂ ਦੀ ਤਾਂ ਆਨਸਰ ਬਣੇਗਾ B ਆਪਸ਼ਨ 67 67A 67B ਜਿਹੜਾ ਹੈਗਾ ਪੋਰਨੋਗ੍ਰਾਫੀ ਨੂੰ ਸਟਾਪ ਕਰਨ ਵਾਸਤੇ ਡੀਲ ਕਰਦਾ ਹੈਗਾ। ਤੇ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਗੱਲ ਕਲੀਅਰ ਹੈ। ਨੈਕਸਟ ਆਪਾਂ ਗੱਲ ਕਰੀਏ, which of the following is an example of intellectual property। intellectual property ਨੂੰ ਪੜਨ ਤੋਂ ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ what does actually mean intellectual property। intellectual property ਗਾਇਜ਼ ਜਿੱਦਾਂ ਕਿ ਆਪਾਂ ਕਹਿੰਦੇ ਨੇ ਨਾ, ਉਹ ਬਹੁਤ ਵੱਡਾ ਆਰਟਿਸਟ ਸੀਗਾ, ਉਹਨੇ ਇੱਕ ਚੀਜ਼ ਬਣਾਈ ਤੇ ਉਹ ਪੂਰੇ ਵਰਲਡ ਚੱਲ ਰਹੀ। ਹੁਣ ਜਿੱਦਾਂ ਇੰਟੈਲੈਕਚੁਅਲ ਪ੍ਰੋਪਰਟੀ, ਇਹ ਗਿਆਨਮ ਦਾ ਲੋਗੋ ਤੁਸੀਂ ਦੇਖ ਰਹੇ ਹੋ, ਇਹ ਜਿਹੜਾ ਹੈਗਾ ਇਹ ਮੇਰੀ ਖੁਦ ਦੀ ਕ੍ਰੀਏਸ਼ਨ ਹੈਗੀ ਹੈ, ਇਹ ਸਾਡੇ ਗਿਆਨਮ ਦੀ ਕ੍ਰੀਏਸ਼ਨ ਹੈਗੀ ਹੈ, ਤੇ ਇਹ ਮੇਰੀ ਇੰਟੈਲੈਕਚੁਅਲ ਪ੍ਰੋਪਰਟੀ ਹੈ। ਮਤਲਬ ਤੁਸੀਂ ਕੋਈ ਵੀ ਯੂਨੀਕ ਚੀਜ਼ ਜਿਹੜੀ ਡਿਵੈਲਪ ਕਰਦੇ ਹੋ ਉਹ ਤੁਹਾਡੀ ਇੰਟੈਲੈਕਚੁਅਲ ਪ੍ਰੋਪਰਟੀ ਵਿੱਚ ਰੱਖੀ ਜਾਂਦੀ ਹੈ, ਤੇ ਉਹਨਾਂ ਨੂੰ ਸੇਵ ਕੀਤਾ ਜਾਂਦਾ। ਤੁਸੀਂ ਟ੍ਰੇਡਮਾਰਕ ਲੈ ਸਕਦੇ ਹੋ, ਪੇਟੈਂਟ ਲੈ ਸਕਦੇ ਹੋ, ਤੇ ਕਾਪੀਰਾਈਟ ਤੁਸੀਂ ਉਹਦਾ ਕਰਵਾ ਸਕਦੇ ਹੋ। ਤਾਂ ਆ ਜੇ ਦੇਖੋ ਜੀ, ਇੰਟੈਲੈਕਚੁਅਲ ਪ੍ਰੋਪਰਟੀ, ਪੇਟੈਂਟ ਤੁਸੀਂ ਕਰਾ ਸਕਦੇ ਹੋ, ਟ੍ਰੇਡਮਾਰਕ ਤੁਸੀਂ ਲੈ ਸਕਦੇ ਹੋ, ਕਾਪੀਰਾਈਟ ਤੁਸੀਂ ਲੈ ਸਕਦੇ ਹੋ। ਆਲ ਆਫ ਦਾ ਅਬਵ ਜਿਹੜੇ ਨੇ ਪੇਟੈਂਟ ਜਿਹੜੇ ਨੇ ਇੰਟੈਲੈਕਚੁਅਲ ਪ੍ਰੋਪਰਟੀ ਦਾ ਹੀ ਹਿੱਸਾ ਨੇ। ਤਾਂ ਹੋਪਫੁਲੀ ਇੰਟੈਲੈਕਚੁਅਲ ਪ੍ਰੋਪਰਟੀ ਦਾ ਮੀਨਿੰਗ ਵੀ ਤੁਹਾਨੂੰ ਕਲੀਅਰ ਹੋਇਆ ਹੋਏਗਾ, ਤੇ ਇਹ ਵੀ ਤੁਹਾਡੇ ਕੋਲ ਜਿਹੜਾ ਹੈਗਾ IT ਐਕਟ 'ਚ ਰੱਖਿਆ ਜਾਏਗਾ। ਕਿਉਂ? ਕਿਉਂਕਿ ਆਦਮੀ ਦੀ ਕ੍ਰੀਏਸ਼ਨ ਤੇ ਕੋਈ ਵੀ ਬੰਦਾ ਦਾਵਾ ਕਰ ਸਕਦਾ ਹੈ, ਗਿਆਨਮ ਦਾ ਲੋਗੋ ਮੈਂ ਬਣਾਇਆ, ਤੁਸੀਂ ਵੀ ਦਾਵਾ ਕਰ ਸਕਦੇ ਨਹੀਂ ਇਹ ਤਾਂ ਆਪਾਂ ਬਣਾਇਆ ਸੀਗਾ। ਤੇ ਜੇ ਮੈਂ ਇਹਦਾ ਟ੍ਰੇਡਮਾਰਕ ਕਰਾ ਦੂੰ ਤੇ ਤੁਸੀਂ ਕਦੇ ਇਸ ਤੇ ਉਹ ਇੱਕ ਕਹਿੰਦੇ ਨੇ ਨਾ ਕਿ ਦਾਵਾ ਨਹੀਂ ਕਰ ਸਕਦੇ, ਇਹ ਸਾਰਾ ਕੰਮ ਉਰੇ ਹੋਏਗਾ। ਠੀਕ ਹੈ, ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਸਾਰੀਆਂ ਗੱਲਾਂ ਕਲੀਅਰ ਨੇ। ਕੁਐਸਚਨ ਨੰਬਰ 11ਵੇਂ ਦੀ ਆਪਾਂ ਗੱਲ ਕਰਦੇ ਨੇ। 11ਵੇਂ ਦੇਖਦੇ ਨੇ, ਡਾਊਨਲੋਡਿੰਗ ਕਾਪੀ, downloaded copy extract data from an open system done fraudulently is treated as। डाउनलोडिड कॉपी, जो कोई भी डेटा किसी का डाउनलोडेड होया पे उसको कॉपी करना, एक्सट्रैक्ट करना, तो देखो फ्रॉडुलेंटली उन्हें पहले ही वर्ड दे दिता, तो इसनूं आपां ट्रीट कादे विच करदे ने, साइबर वारफेयर। साइबर वारफेयर का मतलब होता है इंटरनेट की दुनिया से लड़ाई करना, मतलब कमेंट्स नाल या किसी भी होर तरीके नाल डेटा चुरा के नहीं जी। साइबर सिक्योरिटी एक्ट नहीं जी, डाटा बैकअप नहीं जी, साइबर क्राइम हुंदा। ये की हुंदा तुहाडे कोल? साइबर क्राइम हुंदा जे फ्रॉडुलेंटली तुसी कोई भी इंटेंशनली किसी दा डेटा जड़े ने चुरांदे हो, स्टील करदे हो। आंसर की बनेगा? डी ऑप्शन। आंसर की बनेगा? डी ऑप्शन। ते होपफुली तुहानू सारियां नू सारियां गल्लां क्लीयर ने। नैक्सट क्वेश्चन की गल करदा, सेंडिंग ऑफेंसिव मैसेज टू समवन कम्स अंडर डैश ऑफ द इंडियन IT एक्ट 2008। ठीक है, तो हुण आपां गल करिए इस क्वेश्चन की। देखो गाइज, सेंडिंग ऑफेंसिव मैसेज, किसी भी बंदे नूं गलत कोई भी मैसेज जेकर तुसी इंटेंशनली सेंड करदे हो तो वह भी IT एक्ट विच साडे कोल हैगा, उहनूं आपां काहदे नाल डील करदे ने? सैक्शन 66A विच आपां उस चीज़ नूं डील करदे ने। आ देखो, ए फर्स्ट ऑप्शन ते डी ऑप्शन आंसर हो सकता है, बी ते सी पहले कैंसल। ते पर हुण तुहानूं ये पता होना चाहिए कि डील 2000 विच कीता या 2008 विच कीता। तो 2008 विच आपां इहनूं की कीता? डील कीता। इस करके एग्जामिनर जिहड़ा हैगा बहुत चलाक हैगा, और छोटी छोटी वेरीएशन तुहानूं दे दिंदा, तुहानूं उरे फसा लैंदा। गाइस तुसीं बचना,
ਤੇ ਉਮੀਦ ਕਰਦਾ ਇਹ ਸਾਰੇ ਕੁਐਸਚਨਾਂ 'ਚ ਕੋਈ ਨਾ ਕੋਈ ਕੁਐਸਚਨ ਤੁਹਾਡੇ ਪੇਪਰਾਂ ਦਾ ਜ਼ਰੂਰ ਪਾਰਟ ਬਣੇਗਾ, ਕਿਉਂਕਿ ਅਕਸਰ ਇਹੋ ਜਿਹੇ ਹੀ ਕੁਐਸਚਨ ਪੇਪਰਾਂ ਦਾ ਪਾਰਟ ਬਣਦੇ ਨੇ। ਨੈਕਸਟ ਕੁਐਸਚਨ ਦੀ ਗੱਲ ਕਰਦੇ ਨੇ, ਸਟੀਲਿੰਗ ਆਫ ਡਿਜੀਟਲ ਫਾਈਲਸ ਕਮਸ ਅੰਡਰ ਡੈਸ਼ ਆਫ ਦਾ ਇੰਡੀਅਨ ਆਈਟੀ ਐਕਟ। ਸਟੀਲ ਕਰਨਾ ਮਤਲਬ ਡੇਟਾ ਨੂੰ ਚੁਰਾਣਾ, ਸਟੀਲ ਕਰਨਾ ਮਤਲਬ ਡੇਟਾ ਨੂੰ ਚੁਰਾਣਾ, ਤੇ ਉਹ ਜਿਹੜਾ ਆਉਂਦਾ ਹੈ ਤੁਹਾਡੇ ਕੋਲ ਕਿਹੜੇ ਸੈਕਸ਼ਨ ਵਿੱਚ ਆਉਂਦਾ ਹੈ? ਸੈਕਸ਼ਨ 66A, ਸੈਕਸ਼ਨ 66B, ਸੈਕਸ਼ਨ 66C ਤੇ ਸੈਕਸ਼ਨ 66D। ਜੇਕਰ ਆਪਾਂ ਗੱਲ ਕਰੀਏ ਤਾਂ ਸੈਕਸ਼ਨ 66C ਇਹਦਾ ਜਿਹੜਾ ਹੈਗਾ ਰਾਈਟ ਆਨਸਰ ਬਣੇਗਾ। ਸੈਕਸ਼ਨ 66C ਜਿਹੜਾ ਹੈਗਾ ਇਹਦਾ ਰਾਈਟ ਆਨਸਰ ਬਣੇਗਾ। ਤੇ ਹੋਪਫੁਲੀ ਉਰੇ ਤੱਕ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਨੇ। हाँ जी, तो जे आप गल करिए क्वेश्चन नंबर 14 दी, तो देखते हैं विच एक्ट इन इंडिया फोकस ऑन द डेटा प्राइवेसी एंड इंफॉर्मेशन टेक्नोलॉजी। इन्हां विच केड़ा जड़ा हैगा फोकस करदा डेटा पायरेसी ते प्राइवेसी ते, ठीक है, एंड इंफॉर्मेशन टेक्नोलॉजी ते। तो बैंकिंग रेगुलेशन एक्ट 1949, IT एक्ट 2000, इंडियन पैनल कोड या IT अमेंडमेंट एक्ट 2008। ਤਾਂ ਦੇਖੋ ਜੀ ਇਹਦਾ ਡਾਇਰੈਕਟ ਆਨਸਰ ਜਿਹੜਾ ਬਣੇਗਾ ਇੰਡੀਅਨ ਅਮੈਂਡਮੈਂਟ ਐਕਟ 2008। ਬਾਕੀ ਸਾਰੇ ਦੇ ਸਾਰੇ ਜਿਹੜੇ ਨੇ ਕੈਨਸਲ ਹੋ ਜਾਣਗੇ, ਕਿਉਂਕਿ ਜਿਹੜਾ ਫੋਕਸ ਕਰਦਾ ਹੈਗਾ ਉਹ ਹੈਗਾ IT ਅਮੈਂਡਮੈਂਟ ਐਕਟ 2008 ਵਿੱਚ ਆਪਾਂ ਇਸ ਨੂੰ ਲਾਗੂ ਕੀਤਾ ਸੀਗਾ। ਤੇ ਆਖਰੀ ਕੁਐਸਚਨ ਦੀ ਆਪਾਂ ਗੱਲ ਕਰੀਏ, ਵਿਚ ਸੈਕਸ਼ਨ ਆਫ IT ਐਕਟ 2000 ਪ੍ਰਪੋਜ਼ ਅ ਪੁਨਿਸ਼ਮੈਂਟ ਆਫ ਲਾਈਫ ਇੰਪ੍ਰਿਜ਼ਨਮੈਂਟ। 2000 ਦੀ ਗੱਲ ਕਰ ਰਿਹਾ, ਜਿਹਦੇ ਵਿੱਚ ਕਿ ਬੰਦੇ ਨੂੰ ਇੱਕ ਪ੍ਰਾਵਧਾਨ ਸੀਗਾ ਕਿ ਪੂਰੀ ਜ਼ਿੰਦਗੀ ਲਈ ਜੇਲ੍ਹ ਵਿੱਚ ਬੰਦ ਕੀਤਾ ਜਾਏ। ਤਾਂ ਸੈਕਸ਼ਨ 66F, ਸੈਕਸ਼ਨ 66C, ਸੈਕਸ਼ਨ 66B, ਸੈਕਸ਼ਨ 66A। ਇਹਦਾ ਐਗਜ਼ੈਕਟ ਆਨਸਰ ਹੈਗਾ ਸੈਕਸ਼ਨ 66F। ਹੁਣ ਗਾਇਸ ਇਹ ਆਖਰੀ ਕੁਐਸਚਨ ਸੀਗਾ, ਤਾਂ ਉਮੀਦ ਕਰਦਾ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਨੇ। ਤਾਂ ਗਾਇਸ ਇਹ ਜਿਹੜੇ ਕੁਐਸਚਨ ਨੇ ਤੁਸੀਂ ਡੇ ਟੂ ਡੇ ਆਪਣੀ ਰੂਟੀਨ ਲਾਈਫ 'ਚ ਯੂਜ਼ ਕਰ ਰਹੇ ਹੋ, ਇਸ ਕਰਕੇ ਤੁਹਾਡੇ ਲਈ ਇਹ ਇੰਪੋਰਟੈਂਟ ਬਣਦੇ ਨੇ। ਤਾਂ ਉਮੀਦ ਕਰਦਾ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਨੇ। ਜਾਣ ਤੋਂ ਪਹਿਲਾਂ ਜੇਕਰ ਤੁਸੀਂ ਇੰਸਟਾਗ੍ਰਾਮ ਯੂਜ਼ ਕਰਦੇ ਹੋ ਤਾਂ gianam.college ਤੇ ਸਾਨੂੰ ਫੋਲੋ ਕਰ ਸਕਦੇ ਹੋ। ਟੈਲੀਗ੍ਰਾਮ ਤੇ ਹੋ ਤਾਂ ਗਿਆਨਮ ਚੈਨਲ ਤੇ ਸਾਨੂੰ ਫੋਲੋ ਕਰ ਸਕਦੇ ਹੋ, ਤੇ gianam.college ਸਾਨੂੰ YouTube ਤੇ